ਮਾਲਕ ਦੇ ਨਾਂ ਵੇਰਵੇ ਸਮੇਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਸਰਕਾਰ। ਆ ਚੜ ਗਈ ਜੀ, ਆ ਗੁਰਦੁਆਰਾ ਸਾਹਿਬ ਰਕਬਾ ਬਹਾਦਰपुर, ਗੁਰਦੁਆਰਾ ਅੰਗੀਠਾ ਸਾਹਿਬ जी, सचखंड साहिब, मस्तूआना साहिब, किते कोई SGPC ਦਾ ਲੈਣਾ ਦੇਣਾ ਨਹੀਂ। ਜਿਹੜੇ ਮਹੰਤ ਤੋਂ ਤੁਸੀਂ ਰਜਿਸਟਰੀ ਕਰਾਈ ਹੈ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਸਾਰਿਆਂ ਦੇ ਪਰਚੇ ਹੋਣੇ ਨੇ। ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ। ਤਹਿਸੀਲਦਾਰ ਤੇ ਵੀ ਪਰਚਾ ਹੋਣਾ ਹੈ, ਇਸ ਪ੍ਰਬੰਧਕਾਂ ਤੇ ਵੀ ਪਰਚਾ ਹੋਣਾ, ਦਰਸ਼ਨ ਸਿੰਘ ਤੇ ਪਰਚਾ ਹੋਣਾ, ਸਾਰਿਆਂ ਤੇ ਪਰਚੇ ਹੋਣੇ ਸੁਭਾਵਿਕ ਨੇ। ਸੋ ਦੂਜੀ ਗੱਲ ਜਿਹੜੀ ਹੈ, ਤੁਸੀਂ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਤੇ ਨਾਂ ਨਹੀਂ ਬੋਲਦਾ, ਤੁਹਾਨੂੰ ਪਤਾ ਨਹੀਂ। ਜੋ ਮਸਤੂਆਣਾ ਸਾਹਿਬ ਦਾ ਮੁੱਦਾ ਜਿਹੜਾ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਨੇ ਅਤੇ ਚੇਤਨਾ ਲਹਿਰ ਦੇ ਮੁਖੀ ਭਾਈ ਪਰਸ਼ੋਤਮ ਸਿੰਘ ਨੇ ਤੇ ਦਾਸ ਭਾਈ ਜਗਮੇਰ ਸਿੰਘ ਸ਼ਾਜਲਾ ਨੇ 12 ਤਰੀਕ ਨੂੰ DC ਦੇ ਦਫ਼ਤਰ ਦੇ ਅੱਗੇ ਧਰਨਾ ਲਾਇਆ ਸੀ, ਜੋ ਧਰਨਾ ਲਗਾਤਾਰ ਜਾਰੀ ਚੱਲ ਰਿਹਾ ਹੈ, ਜਿਹਦੇ ਵਿੱਚ ਉਸ ਤੋਂ ਬਾਅਦ ਧਰਨੇ ਨੂੰ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਾਇਤ ਦਿੱਤੀ, ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਦਿੱਤੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਹਮਾਇਤ ਦਿੱਤੀ ਤੇ ਹੋਰ ਪੰਥਕ ਧਿਰਾਂ ਨੇ ਜਿਹੜੀਆਂ ਹਮਾਇਤ ਦਿੱਤੀ। ਤੋਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਇੱਥੇ ਸੰਗਰੂਰ ਵਿੱਚ ਆਪਣੀ ਫੇਰੀ ਦੇ ਦੌਰਾਨ ਆਏ ਸੀ, ਉਹਨਾਂ ਨੇ ਮੀਡੀਆ ਨੂੰ ਮੁਖਾਤਬ ਹੋ ਕੇ ਜਿਹੜਾ ਹੈ ਆਪਣੀ ਸਟੇਟਮੈਂਟ ਆਪਣੇ ਵੱਲੋਂ ਦਿੱਤੀ ਹੈ ਜੋ ਉਹਨਾਂ ਦੀ ਦੇਣੀ ਬਣਦੀ ਸੀ। ਸੋ ਉਹਦੇ ਸੰਬੰਧ ਵਿੱਚ ਹੀ ਮੈਂ ਕੁਝ ਗੱਲਾਂ ਸੰਗਤ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਜਿਹੜੇ ਭਰਮ ਭੁਲੇਖੇ ਅੱਜ ਮੌਕੇ ਦੀ ਸਰਕਾਰ ਸਿੱਖਾਂ ਵਿੱਚ ਪਾ ਰਹੀ ਹੈ ਜਾਂ ਧਾਰਮਿਕ ਤੌਰ ਤੇ ਪਾ ਰਹੀ ਹੈ, ਉਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਦੂਰ ਕਰੀਏ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹੈ ਕਿ ਉਹ ਜਿਹੜਾ ਮੋਰਚਾ ਸੀ ਉਹ ਪੰਥਕ ਚੇਤਨਾ ਲਹਿਰ ਤੇ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਵੱਲੋਂ ਲਾਇਆ ਗਿਆ ਸੀ। ਇੱਕ ਸਿੱਖ ਦਾ ਫਰਜ਼ ਬਣਦਾ ਹੈ ਜਦੋਂ ਕਿਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਉੱਤੇ ਟੇਢੇ ਢੰਗ ਨਾਲ ਕੋਈ ਕਬਜ਼ਾ ਕਰਨਾ ਚਾਹੁੰਦਾ ਹੈ ਤਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹਨੂੰ ਰੋਕਿਆ ਜਾਵੇ। ਅਸੀਂ ਕੋਈ ਮੈਡੀਕਲ ਕਾਲਜ ਦੇ ਵਿਰੁੱਧ ਨਹੀਂ, ਸਾਡੇ ਬੱਚੇ ਵੀ ਉੱਥੇ ਪੜ੍ਹਨਗੇ, ਤੁਹਾਡੇ ਸਾਰਿਆਂ ਦੇ ਪੜ੍ਹਨਗੇ। ਮੈਡੀਕਲ ਕਾਲਜ ਬਣਨਾ ਚਾਹੀਦਾ ਹੈ, ਪਰ ਉੱਥੇ ਮਨਸਾ ਮੈਡੀਕਲ ਕਾਲਜ ਬਣਾਉਣ ਦੀ ਨਹੀਂ ਹੈ। ਉੱਥੇ ਟੇਢੇ ਤਰੀਕੇ ਨਾਲ ਉਸ ਜ਼ਮੀਨ ਤੇ ਮਹੰਤ ਦਾ ਕਬਜ਼ਾ ਕਰਾਉਣਾ ਤੇ ਜਾਂ ਸਰਕਾਰ ਨੇ ਆਪ ਕਬਜ਼ਾ ਕਰਨਾ, ਇਹ ਮਨਸਾ ਨਾਲ ਜਿਹੜਾ ਹੈ ਉਹ ਕਰਾਇਆ ਗਿਆ। ਸੋ ਭਗਵੰਤ ਮਾਨ ਸਾਹਿਬ ਨੇ ਕੱਲ ਬੜੀ ਸਟੇਟਮੈਂਟ ਜਿਹੜੀ ਦਿੱਤੀ ਹੈ ਕਿ ਇਹ ਜ਼ਮੀਨ ਦੀ ਰਜਿਸਟਰੀ ਹੋਈ ਹੈ, ਉਹ ਰਜਿਸਟਰੀ ਸਾਡੇ ਕੋਲ ਵੀ ਹੈ, ਬਕਾਇਦਾ ਰਜਿਸਟਰੀ ਹੋਈ ਹੈ। ਇਸੇ ਗੱਲ ਨੂੰ ਅਸੀਂ ਰੋ ਰਹੇ ਹਾਂ, ਇਸੇ ਗੱਲ ਵਾਸਤੇ ਪਿੱਟ ਰਹੇ ਹਾਂ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ 75 ਸਾਲ ਲਗਭਗ ਦੇਸ਼ ਆਜ਼ਾਦ ਹੋਏ ਨੂੰ ਹੋ ਗਏ, ਉਦੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ। ਇਹ ਜ਼ਮੀਨਾਂ ਜਿਹੜੀਆਂ ਦਿੱਤੀਆਂ ਗੁਰਦੁਆਰਾ ਸਾਹਿਬ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਜ਼ਿਆਦਾਤਰ ਜ਼ਮੀਨਾਂ ਗੁਰਦੁਆਰਾ ਸਾਹਿਬ ਨੂੰ ਦਿੱਤੀਆਂ ਨੇ। ਸੋ ਇਹ ਜ਼ਮੀਨਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਨੇ ਜਾਂ ਮੰਜੀ ਸਾਹਿਬ ਦੇ ਨਾਂ ਨੇ ਜਾਂ ਲੋਹ ਲੰਗਰ ਦੇ ਨਾਂ ਨੇ ਜਾਂ ਫਿਰ ਜਿਹੜੇ ਗੁਰੂ ਸਾਹਿਬਾਨ ਜਿੱਥੇ ਆਏ ਸੰਬੰਧਿਤ ਗੁਰੂ ਸਾਹਿਬਾਨਾਂ ਦੇ ਨਾਂ ਨੇ। ਪਹਿਲੀ ਗੱਲ ਮੈਂ ਦੱਸ ਦੇਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਕਿ ਭਗਵੰਤ ਮਾਨ ਸਾਹਿਬ, ਜਦ ਤੱਕ ਤੁਸੀਂ ਸਟੱਡੀ ਨਹੀਂ ਪੂਰੀ ਕਰੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਸੀਂ ਫਰਦ ਦਿਖਾ ਰਹੇ ਸੀ ਕਿ ਇਹਦੇ ਵਿੱਚ ਨਾਂ ਨਹੀਂ ਬੋਲਦਾ। ਜਿੰਨੀਆਂ ਵੀ ਜ਼ਮੀਨਾਂ ਨੇ ਉਹ ਗੁਰੂ ਸਾਹਿਬਾਨ ਦੇ ਨਾਂ ਨੇ, ਕਿਤੇ ਵੀ ਗੁਰੂ ਸਾਹਿਬਾਨ ਦਾ ਨਾਂ ਨਹੀਂ ਬੋਲਦਾ, ਕਿਤੇ ਵੀ ਨਹੀਂ ਬੋਲਦਾ। ਸੋ ਇਸ ਕਰਕੇ ਜਿਹੜੀ ਜ਼ਮੀਨ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ, ਉਹ ਕਦੇ ਵੀ ਟਰਾਂਸਫਰ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋ ਸਕਦੀ। ਇੱਕ ਤਾਂ ਇਹ ਕਲੀਅਰ ਹੈ ਕਿ ਅੱਜ ਤੱਕ ਨਾ ਹੋਈ ਹੈ ਤੇ ਨਾ ਹੋਵੇ। ਕਾਲਜ ਬਣਾਉਣਾ ਹੈ, ਚਾਹੇ ਮੁੱਲ ਜ਼ਮੀਨ ਲੈ ਕੇ ਬਣਾਓ, ਚਾਹੇ ਤੁਹਾਡੀ ਆਪਣੀ ਜ਼ਮੀਨ ਹੈ ਜਿਹੜੀ ਉਹ ਥੋਂ ਪਈ ਹੈ। ਉੱਥੇ ਵੀ ਮੈਂ ਸੁਣਿਆ ਕਿ 55 ਕਿੱਲੇ ਤੁਹਾਡੀ ਆਪਣੀ ਪੰਚਾਇਤੀ ਜ਼ਮੀਨ ਪਈ ਹੈ, ਆਪ ਸਰਕਾਰ ਦੀ ਜ਼ਮੀਨ ਪਈ ਹੈ। ਲੇਕਿਨ ਅੱਜ ਤੱਕ 75 ਸਾਲ ਦੇ ਵਿੱਚ ਬਥੇਰੀਆਂ ਯੂਨੀਵਰਸਿਟੀਆਂ ਬਣੀਆਂ, ਬਥੇਰੇ ਕਾਲਜ ਬਣੇ, ਕੋਈ ਮੰਦਿਰ ਦੀ ਜ਼ਮੀਨ ਵਿੱਚ ਜਾਂ ਮਸੀਤ ਦੀ ਜ਼ਮੀਨ ਵਿੱਚ ਜਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚ ਜਾਂ ਕਿਸੇ ਡੇਰੇ ਦੀ ਜ਼ਮੀਨ ਵਿੱਚ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਅਦਾਰਾ ਨਹੀਂ ਬਣਿਆ। ਕਿਉਂ? ਕਿਉਂਕਿ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਜ਼ਮੀਨ ਕਿਸੇ ਦੇ ਹੋਰ ਨਾਂ ਹੈ, ਰਜਿਸਟਰੀ ਕੋਈ ਹੋਰ ਕਰਾਵੇ, ਹੋ ਨਹੀਂ ਸਕਦਾ। ਕਿਉਂ? ਕਿਉਂਕਿ ਕਾਨੂੰਨ ਇਜਾਜ਼ਤ ਹੀ ਨਹੀਂ ਦੇ ਰਿਹਾ। ਕਾਨੂੰਨ ਜਿਹੜੀ ਚੀਜ਼ ਦੀ ਇਜਾਜ਼ਤ ਦਿੰਦਾ, ਤੁਸੀਂ ਕਾਨੂੰਨ ਦੇ ਰਾਖੇ ਹੋ, ਪੰਜਾਬ ਦੇ ਮੁੱਖ ਮੰਤਰੀ ਹੋ। ਦੂਜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੋ। ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਤੁਹਾਨੂੰ ਕਿ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਟੇਟ ਦੇ ਵਿੱਚ, ਇੱਕ ਭਾਰਤੀ ਸਟੇਟ ਦੇ ਵਿੱਚ ਸਿੱਖ ਸਟੇਟ ਹੈ, ਜਿਹਦਾ ਤੁਸੀਂ ਬਦਨਾਮੀ ਕਰ ਰਹੇ ਹੋ ਬਿਨਾਂ ਗੱਲ ਤੋਂ। ਤੁਸੀਂ ਵਿਚਾਰੀ ਸ਼ਬਦ ਵਰਤੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕੋਈ ਵਿਚਾਰੀ ਨਹੀਂ ਹੈ, ਚੁਣੀ ਹੋਈ ਜਮਾਤ ਹੈ। ਤੁਸੀਂ ਲੋਕਾਂ ਨੇ ਚੁਣ ਕੇ ਭੇਜੇ ਮੁੱਖ ਮੰਤਰੀ, ਤੁਹਾਨੂੰ ਬਣਾਇਆ, ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ। ਲੇਕਿਨ ਤੁਸੀਂ ਭੁੱਲ ਗਏ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਉਹ ਲੋਕਾਂ ਦਾ ਚੁਣਿਆ ਹੋਇਆ। ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣ ਕੇ ਭੇਜਦੇ ਨੇ। ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚੋਣ ਹੁੰਦੀ ਹੈ। ਉਹ ਚੋਣ ਹੈ ਜਿਹੜੀ, ਫਿਰ ਉਸ ਤੋਂ ਬਾਅਦ ਚੋਣ ਪ੍ਰਕਿਰਿਆ ਤੋਂ ਬਾਅਦ ਹਰ ਸਾਲ ਪ੍ਰਧਾਨ ਚੁਣਿਆ ਜਾਂਦਾ ਹੈ। ਸੋ ਇਸ ਕਰਕੇ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਹੋ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਨੇ, ਸਰਦਾਰ ਧਾਮੀ ਸਾਹਿਬ ਨੇ, ਲੌਂਗੋਵਾਲ ਸਾਹਿਬ ਸੀ, ਜਾਂ ਪਹਿਲਾਂ ਗੁਰਚਰਨ ਸਿੰਘ ਟੌਹੜਾ ਸਾਹਿਬ ਸੀ, ਉਹ ਸਿੱਖ ਸਟੇਟ ਦੇ ਪ੍ਰਧਾਨ ਮੰਤਰੀ ਨੇ। ਲੋਕ ਇਸ ਨੂੰ ਪਾਰਲੀਮੈਂਟ ਕਹਿੰਦੇ ਨੇ, ਸਿੱਖਾਂ ਦੀ ਪਾਰਲੀਮੈਂਟ। ਮੈਂ ਦੱਸਣਾ ਚਾਹੁੰਦਾ ਸੰਗਤ ਨੂੰ ਕਿ ਭਾਰਤ ਸਟੇਟ ਦੇ ਵਿੱਚ ਇੱਕ ਸਿੱਖਾਂ ਦੀ ਸਟੇਟ ਹੈ, ਜਿਹੜੀ ਸਟੇਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਂਦਾ। ਸਾਡਾ ਕੰਸਟੀਟਿਊਸ਼ਨ ਹੈ, ਸਾਡਾ ਇਤਿਹਾਸ ਹੈ। ਜਿਵੇਂ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਨੇ, ਇਸੇ ਤਰ੍ਹਾਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਨੇ। ਜਿਵੇਂ ਪ੍ਰਧਾਨ ਮੰਤਰੀ ਚੁਣਿਆ ਜਾਂਦਾ, ਇਸੇ ਤਰ੍ਹਾਂ ਸਾਡਾ ਸਿੱਖਾਂ ਦਾ ਪ੍ਰਧਾਨ ਮੰਤਰੀ, ਸਾਡਾ ਪ੍ਰਧਾਨ ਚੁਣਿਆ ਜਾਂਦਾ। ਇਸੇ ਤਰ੍ਹਾਂ ਸਾਰੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ, ਉਹਦੀ ਚੋਣ ਵੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਦੇ ਨੇ। ਜਿਵੇਂ ਪਾਰਲੀਮੈਂਟ ਦੇ ਮੈਂਬਰ ਨੇ ਰਾਸ਼ਟਰਪਤੀ ਦੀ ਚੋਣ ਕਰਦੇ ਨੇ, ਉਹ ਸਾਡਾ ਰਾਸ਼ਟਰਪਤੀ ਹੈ। ਸਿੱਖਾਂ ਨੂੰ ਇਸ ਗੱਲ ਬਾਰੇ ਨੌਲੇਜ ਨਹੀਂ ਹੈ। ਇਹ ਕੱਲੇ ਬੱਚੇ ਨੂੰ ਇਸ ਗੱਲ ਦੀ ਨੌਲੇਜ ਲੈਣੀ ਚਾਹੀਦੀ ਹੈ ਕਿ ਭਾਰਤ ਸਟੇਟ ਦੇ ਵਿੱਚ ਸਾਡੀ ਇੱਕ ਸਿੱਖਾਂ ਦੀ ਆਜ਼ਾਦ ਸਟੇਟ ਹੈ। ਮੈਂ ਦੱਸਣਾ ਚਾਹਣਾ ਭਗਵੰਤ ਮਾਨ ਸਾਹਿਬ, ਤੈਨੂੰ ਨਹੀਂ ਪਤਾ, ਇਸ ਗੱਲ ਬਾਰੇ ਨਹੀਂ ਨੌਲੇਜ ਹੋਣੀ। ਅਸੀਂ 1919 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਸੀ। ਮਹੰਤਾਂ ਤੋਂ ਕਬਜ਼ਾ ਛਡਾਇਆ ਸੀ। ਜਿਹੜੇ ਮਹੰਤਾਂ ਨੂੰ ਤੂੰ ਅੱਜ ਕਬਜ਼ ਕਰਨਾ ਚਾਹੁੰਦਾ ਦੁਬਾਰੇ ਜ਼ਮੀਨਾਂ ਦੇ ਉੱਤੇ, ਉਹਨਾਂ ਦੇ ਨਾਲ ਮਿਲ ਕੇ, ਉਹਨਾਂ ਦੇ ਨਾਲ ਜਿਹੜਾ ਹੈ ਮਿਲ ਭੁਗਤ ਕੇ ਉਹਨਾਂ ਦੀ ਅੱਧੀ ਜ਼ਮੀਨ ਆਪ ਹੜਪਣੀ ਚਾਹੁੰਦਾ ਤੇ ਅੱਧੀ ਉਹਨਾਂ ਨੂੰ ਹੜਪਣੀ ਚਾਹੁੰਦਾ। ਮਸਤੂਆਣਾ ਸਾਹਿਬ ਦੀ ਜ਼ਮੀਨ 25 ਕਿੱਲਿਆਂ ਦਾ ਰੌਲਾ ਨਹੀਂ, 115 ਕਿੱਲੇ ਸ਼ੰਭੂ ਬਾਰਡਰ ਤੇ ਪਏ ਨੇ। ਜਿਹੜੀ ਇਹ ਮਾਈ ਨੇ, ਬੀਬੀ ਨੇ ਜ਼ਮੀਨ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਦੇ ਨਾਂ ਕਰਾਈ ਹੈ, ਨਾ ਕਿ ਦਰਸ਼ਨ ਸਿੰਘ ਦੇ। ਗੁਰਦੁਆਰਾ ਸਾਹਿਬ ਦੇ ਨਾਂ ਜ਼ਮੀਨ ਅੰਗੀਠਾ ਸਾਹਿਬ ਦੇ ਨਾਂ, ਉੱਥੇ ਅੰਗੀਠਾ ਸਾਹਿਬ ਨਾਂ ਬੋਲਦਾ, ਦਰਸ਼ਨ ਸਿੰਘ ਦਾ ਨਾਂ ਮਹੰਤ ਦਾ ਕਿਤੇ ਨਹੀਂ ਬੋਲਦਾ। ਜਿਹੜੇ ਮਹੰਤ ਤੋਂ ਤੁਸੀਂ ਰਜਿਸਟਰੀ ਕਰਾਈ ਹੈ, ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਸਾਰਿਆਂ ਦੇ ਪਰਚੇ ਹੋਣੇ ਨੇ। ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ। ਤਹਿਸੀਲਦਾਰ ਤੇ ਵੀ ਪਰਚਾ ਹੋਣਾ ਹੈ, ਇਸ ਪ੍ਰਬੰਧਕਾਂ ਤੇ ਵੀ ਪਰਚਾ ਹੋਣਾ, ਦਰਸ਼ਨ ਸਿੰਘ ਤੇ ਪਰਚਾ ਹੋਣਾ, ਸਾਰਿਆਂ ਤੇ ਪਰਚੇ ਹੋਣੇ ਸੁਭਾਵਿਕ ਨੇ। ਸੋ ਦੂਜੀ ਗੱਲ ਜਿਹੜੀ ਹੈ, ਤੁਸੀਂ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਤੇ ਨਾਂ ਨਹੀਂ ਬੋਲਦਾ, ਤੁਹਾਨੂੰ ਪਤਾ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਕਸਟੋਡੀਅਨ ਹੈ, ਉਹ ਮਾਲਕ ਨਹੀਂ ਹੈ ਜ਼ਮੀਨ ਦੀ। ਜ਼ਮੀਨ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ। ਜ਼ਮੀਨ ਦਾ ਮਾਲਕ ਸਾਡਾ ਦੁਨੀਆ ਦਾ ਰਹਿਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਜ਼ਮੀਨ ਦੀ ਮਾਲਕ ਸ਼੍ਰੋਮਣੀ ਗੁਰਦੁਆਰਾ। 1 ਇੰਚ ਜ਼ਮੀਨ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 100 ਸਾਲ 'ਚ ਵੇਚੀ ਹੋਵੇ, ਸਾਨੂੰ ਸਾਬਤ ਕਰ ਦੇ। 100 ਸਾਲ ਦੇ ਵਿੱਚ 1 ਇੰਚ ਜ਼ਮੀਨ ਕਿਤੇ ਵੇਚੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਜਿਹਨੂੰ ਤੁਸੀਂ ਵਿਚਾਰੀ ਕਹਿ ਰਹੇ ਹੋ। ਲੋਕ ਵੱਖਰੀ ਗੱਲ ਹੈ ਕਿ ਅੱਜ ਕੋਈ ਚੁਣੇ ਹੋਏ ਨੁਮਾਇੰਦੇ ਹੋਰ ਨੇ, ਕੱਲ ਨੂੰ ਵੋਟਾਂ ਹੁੰਦੀਆਂ ਨੇ, ਕੋਈ ਹੋਰ ਚੁਣੇ ਹੋਏ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣਗੇ। ਜਿਨ੍ਹਾਂ ਨੂੰ ਲੋਕ ਚੁਣਨਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨਗੇ। ਪਰ ਉਹ ਭਾਰਤੀ ਸਟੇਟ ਵਿੱਚ ਇੱਕ ਸਿੱਖ ਸਟੇਟ ਹੈ ਜਿਹੜੀ ਮੈਂ ਗੱਲ ਕਰ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਸ਼ ਆਜ਼ਾਦ ਹੋਇਆ 1947 ਵਿੱਚ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ 1920 ਦੇ ਵਿੱਚ, 1919 ਦੇ ਵਿੱਚ। ਅਸੀਂ 25 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੰਵਿਧਾਨ ਹੈ, ਜਿਹੜੀ 1925 ਦੇ ਵਿੱਚ ਸੰਵਿਧਾਨ ਬਣ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਸੋ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰ। ਲੋਕਾਂ ਨੂੰ ਗੁੰਮਰਾਹ ਕਰਨ ਦਾ ਕੋਈ ਫਾਇਦਾ ਨਹੀਂ। ਮੈਡੀਕਲ ਕਾਲਜ ਬਣਾ, 1 ਨਹੀਂ 2 ਬਣਾ। ਜੇ 350 ਕਰੋੜ ਰੁਪਈਆ ਤੁਸੀਂ ਕਾਲਜ ਤੇ ਲਾ ਸਕਦੇ ਹੋ, ਫਿਰ ਉਹਦੇ ਤੇ 15 ਜਾਂ 20 ਕਰੋੜ ਰੁਪਈਆ ਜ਼ਮੀਨ ਮੁੱਲ ਲੈ ਕੇ ਵੀ ਬਣਾ ਸਕਦੇ ਹੋ। ਜ਼ਮੀਨ ਵੀ ਮੁੱਲ ਲੈ ਸਕਦੇ ਹੋ। ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਗਲਤ ਹੈ। ਇਸੇ ਤਰ੍ਹਾਂ ਤੁਸੀਂ ਮਰੇਕੋਟਲੇ ਕਰਿਆ, ਮੰਦਿਰ ਦੀ ਜ਼ਮੀਨ ਤੇ ਕਬਜ਼ਾ ਕਰਿਆ, ਉਹ ਮੰਦਿਰ ਵਾਲਿਆਂ ਨੇ ਸਟੇ ਲਈ ਹੈ ਉੱਥੇ। ਉਸ ਤੋਂ ਬਾਅਦ ਮੁਸਤਫਾ ਨੇ ਸਟੇ ਲਈ ਹੈਗੀ, ਮੁਸਲਮਾਨ ਵੀਰਾਂ ਨੇ ਸਟੇ ਲਈ ਹੈ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਚੰਗੀਆਂ ਨਹੀਂ ਹਨ। ਇਹ ਤੁਸੀਂ ਵੀ ਇੱਕ ਸਿੱਖ ਹੋ, ਤੁਸੀਂ ਸਿੱਖਾਂ ਦੇ ਘਰੇ ਜੰਮੇ ਹੋ। ਸਿੱਖਾਂ ਦੀ ਸਟੱਡੀ ਕਰੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੱਡੀ ਕਰੋ। ਦੇਸ਼ ਆਜ਼ਾਦ ਬਾਅਦ ਵਿੱਚ ਹੋਇਆ 1925 ਦੇ ਵਿੱਚ। ਅਸੀਂ ਤਾਂ ਆਜ਼ਾਦੀ ਲੈ ਲਈ ਸੀ। ਇਸ ਕਰਕੇ ਇਹ ਚੁਭਦੀ ਹੈ ਤੁਹਾਨੂੰ, ਜਿਹੜੀ RSS ਤੁਹਾਨੂੰ ਚਲਾ ਰਹੀ ਹੈ ਨਾ, ਉਹਨਾਂ ਨੂੰ ਇਹ ਗੱਲਾਂ ਚੁਭਦੀਆਂ ਨੇ ਕਿ ਭਾਰਤ ਸਟੇਟ ਦੇ ਵਿੱਚ ਇੱਕ ਸਿੱਖ ਸਟੇਟ ਕਿਉਂ ਹੈ। ਇਹ ਗੱਲਾਂ ਚੁਭ ਰਹੀਆਂ ਨੇ। ਅੱਜ ਹਰਿਆਣਾ ਦੇ ਵਿੱਚ ਵੀ ਇੱਕ ਮਹੰਤ ਨੂੰ ਪ੍ਰਧਾਨ ਬਣਾਇਆ ਹੈ। ਇਹ ਗੱਲਾਂ ਜਿਹੜੇ ਸਿੱਖ ਵਿਰੋਧੀ ਚਿਹਰੇ ਨੇ ਉਹ ਨੰਗੇ ਹੋ ਰਹੇ ਨੇ। ਸੋ ਮੈਂ ਸਾਰੇ ਪੰਥ ਨੂੰ ਅਪੀਲ ਕਰਦਾ ਕਿ ਇਹਨਾਂ ਗੱਲਾਂ ਤੋਂ ਸੁਚੇਤ ਹੋ। ਨਾ ਅਸੀਂ ਮੈਡੀਕਲ ਕਾਲਜ ਦੇ ਵਿਰੁੱਧ ਹਾਂ,
ਮੈਡੀਕਲ ਕਾਲਜ ਬਣਨਾ ਚਾਹੀਦਾ। ਅਸੀਂ ਕਹਿੰਦੇ ਸਰਕਾਰ ਦਾ ਫਰਜ਼ ਬਣਦਾ ਹੈ, ਸਰਕਾਰ ਸਾਤੋਂ ਟੈਕਸ ਲੈਂਦੀ ਹੈ, ਸਰਕਾਰ ਨੂੰ ਅਸੀਂ ਟੈਕਸ ਭਰਦੇ ਹਾਂ। ਸੋ ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਕਿ ਸਰਕਾਰ ਮੈਡੀਕਲ ਕਾਲਜ ਬਣਾਵੇ, ਕਿਉਂ ਨਾ ਬਣਾਵੇ, ਬਣਾਉਣਾ ਚਾਹੀਦਾ। ਪਰ ਅੱਜ ਤੱਕ 75 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕੋਈ ਚੀਜ਼ ਦੱਸ ਦਿਓ ਜਿਹੜੀ ਕੋਈ ਇਸ ਤਰ੍ਹਾਂ ਗੁਰਦੁਆਰੇ ਦੀ ਜ਼ਮੀਨ ਦੇ ਵਿੱਚ ਸਰਕਾਰ ਨੇ ਬਣਾਈ ਹੋਵੇ। ਹਾਂ, ਜਿਹੜਾ ਕਸਟੋਡੀਅਨ ਹੈ ਉਹ ਆਪ ਬਣਾ ਸਕਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਸਕਦੀ ਹੈ, ਜਾਂ ਜਿਹੜੇ ਬਾਬਾ ਜੀ ਨੇ ਬਾਬਾ ਦਰਸ਼ਨ ਸਿੰਘ ਆਪ ਬਣਾ ਸਕਦੇ ਨੇ। ਲੋਕਾਂ ਤੋਂ ਪੈਸਾ ਇਕੱਠਾ ਕਰਕੇ, ਉਹਨਾਂ ਕੋਲੇ 1.5 ਪੌਣੇ 200 ਕਿੱਲਾ ਜ਼ਮੀਨ ਆ, 1.5 ਪੌਣੇ 200 ਕਿੱਲੇ ਦੀ ਕੋਈ ਥੋੜੀ ਆਮਦਨ ਨਹੀਂ ਹੁੰਦੀ। ਬਾਬਾ ਜੀ ਦੱਸਦੇ ਨੇ ਕਿ ਉਹਨਾਂ ਨੇ ਕੀ ਬਣਾਇਆ, 1.5 ਪੌਣੇ 200 ਕਿੱਲੇ ਦੀ ਆਮਦਨ ਖਾਦੇ ਨੇ, ਕੀ ਕਰਿਆ ਉਹਨਾਂ ਨੇ ਅੱਜ ਤੱਕ। ਸੋ ਇਸ ਕਰਕੇ ਮੈਂ ਫੇਰ ਕਹਿਣਾ ਕਿ ਸਰਕਾਰ ਮਹੰਤਾਂ ਦੇ ਰਾਹੀਂ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀਆਂ ਨਾ, ਉਦੋਂ ਮਹੰਤਾਂ ਦਾ ਕਬਜ਼ਾ ਸੀਗਾ ਇਹਨਾਂ ਜ਼ਮੀਨਾਂ ਦੇ ਉੱਤੇ। ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨਾਂ ਦਿੱਤੀਆਂ ਸੀ। ਇਹ ਜਿਹੜੀ ਜ਼ਮੀਨ ਹੈ ਮਸਤੂਆਣਾ ਸਾਹਿਬ ਦੀ, ਇਹ ਵੀ ਮਹਾਰਾਜਾ ਰਪਦਮਨ ਨੇ ਦਿੱਤੀ, ਮਹਾਰਾਜਾ ਪਟਿਆਲਾ ਨੇ ਦਿੱਤੀ। 3 ਰਿਆਸਤਾਂ ਦੀ ਇੱਥੇ ਜਿਹੜਾ ਹੈ 3 ਰਿਆਸਤਾਂ ਲੱਗਦੀਆਂ ਸੀ, 3 ਰਿਆਸਤਾਂ ਨੇ ਉਰੇ ਜ਼ਮੀਨ ਜਾਇਦਾਦ ਦਿੱਤੀ ਹੋਈ ਹੈ। ਜਿਹੜੀ ਇਹ ਜ਼ਮੀਨ ਹੈ ਅੰਗੀਠਾ ਸਾਹਿਬ ਦੇ ਨਾਂ, ਇਹ ਕਿਸੇ ਮਾਈ ਹਰਬੰਸ ਕੌਰ ਦੀ ਜਿਹੜੀ ਜ਼ਮੀਨ ਦਾਨ ਕਰੀ ਹੋਈ ਹੈ। ਸੋ ਇਸ ਕਰਕੇ ਦਾਨ ਕਰੀ ਹੋਈ ਜ਼ਮੀਨ ਤੇ ਸਰਕਾਰ ਕਬਜ਼ਾ ਕਰੇ, ਲਾਹਣਤ ਹੈ ਤੁਹਾਨੂੰ ਸਿੱਖ ਹੋਣ ਤੇ। ਤੁਸੀਂ ਸਿੱਖ ਨਹੀਂ ਹੈ, ਸਿੱਖ ਦਾ ਮੁਕੋਟਾ ਪਾ ਕੇ ਤੁਸੀਂ ਕਿਸੇ ਕਾਨਪੁਰੀਆਂ ਵਾਸਤੇ ਕੰਮ ਕਰ ਰਹੇ ਹੋ, RSS ਵਾਸਤੇ ਕੰਮ ਕਰ ਰਹੇ ਹੋ। ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਦਾ। ਸੋ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸੰਘਰਸ਼ ਤੇਜ਼ ਕਰਾਂਗੇ। ਅਸੀਂ ਸੰਘਰਸ਼ ਕਦੇ ਨਹੀਂ ਛੱਡਾਂਗੇ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਜਿਹੜੀ ਅੰਗੀਠਾ ਸਾਹਿਬ ਦੀ ਜ਼ਮੀਨ ਆ, ਜਿੰਨਾ ਚਿਰ ਤੁਸੀਂ ਰਜਿਸਟਰੀ ਨਹੀਂ ਕੈਂਸਲ ਕਰਦੇ ਤੇ ਕੈਂਸਲ ਕਰਕੇ ਵਿਰੋਧੀਆਂ ਜਿਹੜੇ ਲੋਕਾਂ ਨੇ ਇਹ ਕੰਮ ਕਰਿਆ ਉਹਨਾਂ ਤੇ ਪਰਚਾ ਨਹੀਂ ਕਰਦੇ। ਕਾਨੂੰਨ ਜਦੋਂ ਕਾਨੂੰਨ ਸਾਰੇ ਵਾਸਤੇ ਇੱਕ ਹੈ। ਮੈਂ ਇੱਕ ਆਮ ਨਾਗਰਿਕ ਹਾਂ, ਮੇਰੇ ਵਾਸਤੇ ਵੀ ਇੱਕ ਹੈ। ਭਗਵੰਤ ਮਾਨ ਸਾਹਿਬ, ਕਾਨੂੰਨ ਤੇਰੇ ਵਾਸਤੇ ਵੀ ਉਹੀ ਹੈ। ਤੂੰ ਆਪ ਕਾਨੂੰਨ ਦਾ ਰਾਖਾ, ਕਾਨੂੰਨ ਦੀ ਉਲੰਘਣਾ ਕਰ ਰਿਹਾ। ਮੈਂ ਅੱਜ ਚੈਲੰਜ ਕਰਦਾ ਕਿ 100 ਸਾਲ ਪੁਰਾਣੀ ਕੋਈ ਰਜਿਸਟਰੀ ਸਾਨੂੰ ਲਿਆ ਕੇ ਦਿਖਾ ਦੇ, ਗੁਰਦੁਆਰੇ ਦੀ 1 ਇੰਚ ਜ਼ਮੀਨ ਕਦੇ ਕਿਸੇ ਨੇ ਵੇਚੀ ਹੋਵੇ, ਇੱਕ ਮਰਲਾ ਜ਼ਮੀਨ ਦਾ ਵੇਚਿਆ ਹੋਵੇ, ਇੱਕ ਵਿਸਵਾ ਜ਼ਮੀਨ ਦਾ ਵੇਚਿਆ ਹੋਵੇ। ਮੈਂ ਚੈਲੰਜ ਕਰਦਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਜੀ ਨੂੰ ਕਿ ਸਾਨੂੰ ਇਸ ਤਰ੍ਹਾਂ ਦੀ ਰਜਿਸਟਰੀ ਲਿਆ ਕੇ ਦਿਖਾ ਦੇ ਜਿਹੜੀ ਤੈਂ ਰਜਿਸਟਰੀ ਇਹ ਕਰਾਈ ਹੈ ਗੁਰਦੁਆਰਾ ਸਾਹਿਬ ਤੋਂ। ਇਹ ਗੱਲਾਂ ਤੈਨੂੰ ਦੇਣੀਆਂ ਆਉਣਗੀਆਂ। ਇਹ ਗੱਲਾਂ ਉਹ ਦਿਨ ਦੂਰ ਨਹੀਂ ਜਦੋਂ ਖਾਲਸਾ ਪੰਥ ਜਾਗੂਗਾ। ਖਾਲਸਾ ਪੰਥ ਇਸ ਗੱਲ ਤੇ ਪਹਿਰਾ ਦੇਊਗਾ ਕਿ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਅਸੀਂ ਪੰਜਾਬ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ। ਸੋ ਇਸ ਕਰਕੇ ਤੁਸੀਂ ਇਹ ਕਬਜ਼ਾ ਕਰਨ ਦੀ ਤੁਹਾਡੀ ਮਨਸਾ ਹੈ ਕਿ ਅੱਧੇ ਜ਼ਮੀਨ ਜੇ ਅੱਜ ਇਹ ਰਜਿਸਟਰੀ ਵੈਲਿਡ ਮੰਨੀ ਜਾਂਦੀ ਹੈ ਤਾਂ ਜਿੰਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਨੇ, ਮੇਰਾ ਪਿੰਡ ਛਾਜਲਾ ਹੈ, ਉੱਥੇ ਦਾ ਪ੍ਰਧਾਨ ਹੈ ਗੁਰਦੁਆਰੇ ਦਾ, ਸਪੋਜ਼ ਕਰੋ ਕਿੱਲਾ ਜਾਂ 1.5 ਕਿੱਲਾ ਜ਼ਮੀਨ ਦਾ ਉਹ ਵੇਚ ਜੂਗਾ। ਹੋਰ ਕਿੰਨੇ ਗੁਰਦੁਆਰੇ ਨੇ ਪੰਜਾਬ ਦੇ ਵਿੱਚ, ਫਿਰ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਹੋਊਗਾ ਉਹ ਸਾਰੇ ਗੁਰਦੁਆਰੇ ਨੂੰ ਵੇਚ ਜੂਗਾ, ਸਾਰੇ ਗੁਰਦੁਆਰੇ ਦੀ ਜ਼ਮੀਨ ਵੇਚ ਜੂਗਾ। ਅੱਜ ਸਰਕਾਰ ਨੇ ਰਜਿਸਟਰੀ ਕਰਾਈ ਆ, ਕੱਲ ਨੂੰ ਆਮ ਲੋਕ ਜਿਹੜਾ ਗੁਰਦੁਆਰੇ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਲੱਗ ਜਾਣਗੇ। ਇਹ ਹੋ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਰਜਿਸਟਰੀ ਕਰਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਕਚਹਿਰੀ 'ਚ ਗਿਆ ਸੀ ਰਜਿਸਟਰੀ ਕਰਾਉਣ? ਗੁਰੂ ਗ੍ਰੰਥ ਸਾਹਿਬ ਮਹਾਰਾਜ ਗਏ ਸੀ ਰਜਿਸਟਰੀ ਕਰਾਉਣ? ਜ਼ਮੀਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਦਰਸ਼ਨ ਸਿੰਘ ਕੌਣ ਹੁੰਦਾ ਰਜਿਸਟਰੀ ਕਰਾਉਣ ਵਾਲਾ? ਦਰਸ਼ਨ ਸਿੰਘ ਕੋਲੇ ਕੀ ਅਧਿਕਾਰ ਹੈ ਰਜਿਸਟਰੀ ਕਰਾਉਣ ਦਾ? ਇਹ ਹਰਗਿਜ਼ ਨਹੀਂ ਹੋ ਸਕਦਾ। ਸੋ ਇਸ ਕਰਕੇ ਦਰਸ਼ਨ ਸਿੰਘ ਕੋਲੇ ਕੋਈ ਅਧਿਕਾਰ ਨਹੀਂ। ਅਣਅਧਿਕਾਰਤ ਕਮੇਟੀ ਬਣਾ ਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ ਜਿਹੜੀ ਲੋਕਾਂ ਦੀ ਚੁਣੀ ਹੋਈ ਜਮਾਤ ਹੈ। ਜੇ ਚੁਣੀ ਹੋਈ ਜਮਾਤ ਲੋਕਾਂ ਦੀ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀ ਹੋਈ ਜਮਾਤ ਇੰਚ ਜ਼ਮੀਨ ਨਹੀਂ ਵੇਚ ਸਕਦੀ ਤਾਂ ਇੱਕ ਅਣਅਧਿਕਾਰਤ ਕਮੇਟੀ ਬਣਾ ਕੇ ਦਰਸ਼ਨ ਸਿੰਘ ਮਹੰਤ ਜ਼ਮੀਨ ਕਿਵੇਂ ਵੇਚ ਸਕਦਾ? ਕੋਈ ਵੇਚਣ ਦਾ ਅਧਿਕਾਰ ਨਹੀਂ ਹੈ। ਮੈਂ ਬੇਨਤੀ ਕਰਦਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਧਾਮੀ ਸਾਹਿਬ ਨੂੰ ਕਿ ਉਹ ਵੀ ਇਸ ਗੱਲ ਤੇ ਜਿਹੜਾ ਆਪਣੀ ਸਟੇਟਮੈਂਟ ਦੇਣ। ਹੋਰ ਵੀ ਜਿਹੜੇ ਸਿੱਖ ਬੁੱਧੀਜੀਵੀ ਨੇ ਇਸ ਗੱਲ ਤੇ ਸਟੇਟਮੈਂਟ ਦੇਣ, ਕਿਉਂਕਿ ਇਹ ਸਟੇਟਮੈਂਟ ਦਿੱਤੇ ਬਿਨਾਂ ਸਰਨਾ ਨਹੀਂ ਹੈਗਾ ਪੰਥ ਦੀਆਂ ਜ਼ਮੀਨਾਂ ਤੇ ਇਹ ਟੇਢੇ ਢੰਗ ਨਾਲ। ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਕਈ ਵਾਰੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲੈਂਦਾ ਹੈ। ਜਿਹੜੇ ਮੈਂਬਰ ਚੁਣੇ ਗਏ ਨੇ ਜਾਂ ਜਿਹੜੇ ਮੈਂਬਰ ਜਿੱਤੇ ਹੋਏ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਨੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ। ਕੱਲ ਨੂੰ ਕੋਈ ਲੋਕ ਆਜ਼ਾਦ ਉਮੀਦਵਾਰਾਂ ਨੂੰ ਜਿੱਤਿਆ ਦੇਣ, ਚੰਗੇ ਗੁਰਸਿੱਖਾਂ ਨੂੰ ਜਿੱਤਿਆ ਦੇਣ, ਆਪ ਹੀ ਕਬਜ਼ਾ ਹਟ ਜਾਊ ਉਹਨਾਂ ਦਾ ਕਬਜ਼ਾ ਕੁਬਜ਼ਾ ਕਿਸੇ ਦਾ ਕੋਈ ਨਹੀਂ। ਜਿੱਤੇ ਅੱਜ ਤੈਨੂੰ ਮੁੱਖ ਮੰਤਰੀ ਕਿਹਨੇ ਬਣਾਇਆ? ਤੂੰ ਆਪਣੇ ਆਪ ਦਾ ਮੁੱਖ ਮੰਤਰੀ ਨਹੀਂ ਬਣ ਗਿਆ। ਤੈਨੂੰ ਦਿੱਲੀ ਵਾਲੇ ਨੇ, ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤਾਂ ਤੂੰ ਮੁੱਖ ਮੰਤਰੀ ਬਣਿਆ। ਜੇ ਉਹ ਚਾਹੇ ਅੱਜ ਤੈਨੂੰ ਪਰਾਂ ਕਰ ਸਕਦਾ, ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਸਕਦਾ, ਕਿਉਂਕਿ ਪਾਰਟੀ ਦਾ ਸੰਵਿਧਾਨ ਹੈ। ਤੂੰ ਉਹਦੇ ਨਿਸ਼ਾਨ ਤੇ ਲੜਿਆ, ਉਹਦੇ ਨਿਸ਼ਾਨ ਤੇ ਲੜ ਕੇ ਮੁੱਖ ਮੰਤਰੀ ਬਣਿਆ। ਸੋ ਇਸੇ ਤਰ੍ਹਾਂ ਕਾਂਗਰਸ ਪਾਰਟੀ ਹੈ, ਮੁੱਖ ਮੰਤਰੀ ਦਾ ਜਿਹੜਾ ਐਲਾਨ ਕਰਦੀ ਹੈ ਤਾਂ ਦਿੱਲੀ ਵਾਲੇ ਆਪ ਕਰਦੇ ਨੇ ਤਾਂ ਕੋਈ ਮੁੱਖ ਮੰਤਰੀ ਦਾ ਐਲਾਨ ਹੁੰਦਾ। ਇਸ ਕਰਕੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੁਣੇ ਹੋਏ ਮੈਂਬਰ ਸਾਹਿਬਾਨ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਦਿੱਤੀਆਂ, ਉਹ ਟਿਕਟਾਂ ਤੇ ਜਿੱਤੇ ਹੋਏ ਨੇ, ਤਾਂ ਕਰਕੇ ਇਹ ਜਿਹੜਾ ਹੈ ਉਹਨਾਂ ਦੇ ਨਾਲ ਨਾਂ ਜੋੜਿਆ ਜਾਂਦਾ। ਕੋਈ ਜ਼ਰੂਰੀ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਹੋਵੇ ਜਾਂ ਕਿਸੇ ਹੋਰ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹਸਤੀ ਹੈ,
ਕੱਲ ਨੂੰ ਚੋਣਾਂ ਹੁੰਦੀਆਂ ਨੇ, ਹੋਰ ਪਤਾ ਨਹੀਂ ਕਿਹੜੇ ਚਿਹਰੇ ਸਾਹਮਣੇ ਆਉਣਗੇ, ਕਿਹੜੇ ਗੁਰਸਿੱਖ ਸਾਹਮਣੇ ਆਉਣਗੇ, ਉਹਨਾਂ ਨੇ ਵੀ ਇਸੇ ਤਰ੍ਹਾਂ ਪ੍ਰਧਾਨ ਚੁਣਨਾ ਹੈ। ਪਰ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਸਟੇਟ ਦੇ ਵਿੱਚ ਇਹ ਸਿੱਖ ਸਟੇਟ ਹੈ। ਸਿੱਖ ਸਟੇਟ ਨੂੰ ਮੰਤਰੀ ਭਗਵੰਤ ਮਾਨ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਕਮਜ਼ੋਰ ਨਾ ਕਰੋ। ਸਾਡੀ ਸਿੱਖ ਸਟੇਟ ਨੂੰ ਜਿਹੜਾ ਹੈ ਹੋਰ ਪਰਵਰ ਕਰੋ। ਅਸੀਂ ਲੜਾਈਆਂ ਵੱਡੀਆਂ ਲੜਨੀਆਂ ਨੇ, ਪਰ ਜਦੋਂ ਅਸੀਂ ਆਪਣੇ ਆਪਸ ਦੇ ਵਿੱਚ ਹੀ ਇਸ ਤਰ੍ਹਾਂ ਕਮਜ਼ੋਰ ਹੋਵਾਂਗੇ ਤਾਂ ਦੂਜੇ ਲੋਕ ਸਾਡੇ ਤੇ ਦੁਸ਼ਮਣ ਹਮਲਾ ਕਰਨਗੇ। ਦੁਸ਼ਮਣ ਸਾਡੇ ਤੇ ਹਮਲਾ ਕਰ ਰਹੇ ਨੇ। ਦੁਸ਼ਮਣ ਨੇ ਸਾਡਾ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਵੀ ਜਿਹੜੀ ਇੱਕ ਕਮੇਟੀ ਬਣਾਈ ਹੈ, ਉਹ ਵੀ ਵੋਟਾਂ ਨਾਲ ਨਹੀਂ ਚੁਣੀ ਗਈ ਹੈਗੀ, ਨੋਮੀਨੇਸ਼ਨ ਕਮੇਟੀ ਹੈ। ਉਹਦਾ ਪ੍ਰਧਾਨ ਜਿਹੜਾ ਬਣਾਇਆ ਇੱਕ ਮਹੰਤ ਨੂੰ ਬਣਾ ਦਿੱਤਾ। ਸੋ ਇਸੇ ਤਰ੍ਹਾਂ ਤੁਸੀਂ ਵੀ ਇਹਨਾਂ ਮਹੰਤਾਂ ਨੂੰ ਜਿਹੜਾ ਹੈ ਚੱਕ ਦੇ ਕੇ ਇਹਨਾਂ ਨਾਲ ਰਲ ਮਿਲ ਕੇ ਤੁਸੀਂ ਗੰਢ ਧੁੱਪ ਕਰਕੇ ਇਹ ਜ਼ਮੀਨਾਂ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਹੋ। ਇਹ ਜ਼ਮੀਨਾਂ ਇਸ ਤਰ੍ਹਾਂ ਖੁਰਦ-ਬੁਰਦ ਨਹੀਂ ਹੋ ਸਕਦੀਆਂ। ਮੈਂ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਮੇਰਾ ਫਰਜ਼ ਬਣਦਾ ਸੀ। ਮੈਂ ਸੰਗਤ ਨੂੰ ਜਾਗਰੂਕ ਕਰਾਂ। ਜਿੰਨੀ ਕੁ ਦਾਸ ਨੂੰ ਨੌਲੇਜ ਹੈ, ਮੇਰੇ ਤੋਂ ਵੱਡੇ ਨੌਲੇਜ ਵਾਲੇ ਬੈਠੇ ਨੇ, ਮੈਂ ਸਾਰੇ ਸਿੱਖ ਬੁੱਧੀਜੀਵੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਅਨਅਧਿਕਾਰਤ ਰਜਿਸਟਰੀ ਹੋਈ ਹੈ ਇਹਦੇ ਵਾਸਤੇ ਜ਼ਰੂਰ ਬੋਲੋ। ਜਿਹੜਾ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਜੋ ਤੁਸੀਂ ਵਚਨਬੱਧਤਾ ਦੁਹਰਾਈ ਹੈ ਕਿ ਕਾਲਜ ਬਣਾਵਾਂਗੇ, ਅਸੀਂ ਤੁਹਾਡੇ ਨਾਲ ਆ। ਕਾਲਜ ਬਣਾਓ। ਅਸੀਂ ਤੁਹਾਡੀ ਪ੍ਰਸ਼ੰਸਾ ਵੀ ਕਰਦੇ ਹਾਂ ਕਿ ਕਾਲਜ ਤੁਹਾਨੂੰ ਬਣਾਉਣਾ ਚਾਹੀਦਾ, ਸਰਕਾਰ ਦਾ ਕੰਮ ਹੈ। ਜੇ 350 ਕਰੋੜ ਤੁਸੀਂ ਕਾਲਜ ਤੇ ਲਾ ਸਕਦੇ ਹੋ ਤਾਂ 20-25 ਲੱਖ ਰੁਪਇਆ ਜ਼ਮੀਨ ਮੁੱਲ ਵੀ ਲੈ ਸਕਦੇ ਹੋ। ਪਲੀਜ਼ ਕਿਰਪਾ ਕਰਕੇ ਇਹ ਹੈ ਕਿ ਗੁਰਦੁਆਰਿਆਂ ਦੇ ਜ਼ਮੀਨਾਂ ਤੇ ਟੇਢੇ ਢੰਗ ਨਾਲ ਕਬਜ਼ੇ ਨਾ ਕਰੋ। ਇਹ ਕਬਜ਼ੇ ਬੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। संत अतर सिंह स्टेट इंस्टीट्यूट ऑफ मैडिकल साइंसेज मस्तूणा साहब जिथे आप बैठे हैं, टोटल 460 करोड़ रुपए का प्रोजेक्ट है। मैं सारा डिटेल देना। 25 एकड़ लैंड जी है वो अंगीठा साहब गुरुद्वारा साहब के ट्रस्ट ने सानू दित्ती। 460 बैड ने हॉस्पिटल, 330 पहले साल ते बाकी जिहड़े सैकेंड ईयर स्थापित होने। 23/5/2022 ਨੂੰ 23 ਮਈ 2022 ਨੂੰ ਰਜਿਸਟਰੀ डिपार्टमेंट ऑफ मेडिकल रिसर्च एंड एजुकेशन ਦੇ ਨਾਂ ਤੇ ਹੋ ਗਈ। डॉक्टर विशाल चोपड़ा ਨੂੰ ਅਸੀਂ डायरेक्टर प्रिंसीपल ऑफ दिस इंस्टीट्यूट अपॉइंट भी करता 1/7/2022 5/8/2022 ਨੂੰ ਇੱਥੇ ਤੁਸੀਂ ਸੀ, ਇਹੀ ਕੈਮਰੇ ਸੀ ਤੁਹਾਡੇ ਤੇ ਆਪਾਂ ਨੇ ਇਹ ਐਲਾਨ ਕਰਤਾ ਕਿ ਪਹਿਲਾ ਸਮੈਸਟਰ 1 ਮਾਰਚ ਤੋਂ ਸ਼ੁਰੂ ਹੋਊਗਾ। ਉਸ ਤੋਂ ਬਾਅਦ ਅਸੀਂ ਅਪਰੂਵਲ ਵਾਸਤੇ ਇੱਕ ਐਪਲੀਕੇਸ਼ਨ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਮਸਤੂਣਾ ਸਾਹਿਬ ਅਸੀਂ ਸਬਮਿਟ ਕਰਤੀ ਨੈਸ਼ਨਲ ਮੈਡੀਕਲ ਕੌਂਸਲ ਦੇ ਵਿੱਚ, ਕਮਿਸ਼ਨ ਦੇ ਵਿੱਚ, NMC ਦੇ ਵਿੱਚ। ਅਸੀਂ 9/8/2022 ਨੂੰ 100 MBBS ਸੀਟਾਂ ਵਾਸਤੇ ਅਸੀਂ ਅਪਰੂਵ ਕਰਕੇ ਇੱਥੋਂ ਭੇਜ। ਤੁਹਾਨੂੰ ਯਾਦ ਹੋਣਾ ਉਸ ਦਿਨ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਪਰਮਿੰਦਰ ਢੀਂਡਸਾ ਕਹਿੰਦਾ ਵੀ ਬਣਨਾ ਨਹੀਂ। ਸਹੀ ਗੱਲ ਸੀ, ਉਹਨਾਂ ਨੂੰ ਪਤਾ ਸੀ ਅਸੀਂ ਬਣਨ ਦੇਣਾ ਨਹੀਂ। ਇਹ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਦੇ ਲੋਕ ਪੜ੍ਹ ਲਿਖ ਜਾਣ, ਸਾਡੇ ਇਲਾਕੇ ਦੇ ਬੱਚੇ ਪੜ੍ਹ ਲਿਖ ਜਾਣ। ਲੋਕ ਇਨ ਢੀਂਡਸਾ ਪਰਿਵਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੰਗਰੂਰ ਦੇ ਲੋਕਾਂ ਨੇ। ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਜਵਾਕਾਂ ਨੂੰ ਪੜ੍ਹ ਨਹੀਂ ਦੇਣਾ। ਬਹੁਤ ਸਾਰੇ ਪਿੰਡਾਂ ਦੇ ਬਾਹਰ ਬੈਠੇ ਨੇ, ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਕਿ ਜੀ ਕਾਲਜ ਬਣ ਲੈਣ ਦਿਓ, ਰੋਕੋ ਨਾ। ਧਰਨਾ ਤੁਸੀਂ ਰਿਵਰਸ ਤਰੀਕੇ ਨਾਲ ਦੇਖਦੇ ਹੋਵੋਗੇ ਜੀ, ਕੰਮ ਕਰਾ ਦਿਓ ਸਾਡਾ। ਇੱਥੇ ਲੋਕ ਕਹਿੰਦੇ ਕੰਮ ਹੋ ਲੈਣ ਦਿਓ ਜੀ। ਕੌਣ ਜ਼ਿੰਮੇਵਾਰ ਹੈ? ਢੀਂਡਸਾ ਪਰਿਵਾਰ। ਮੈਂ ਨਾਮ ਲੈ ਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਮਸਤੂਆਣਾ ਸਾਹਿਬ ਦੇ ਵਿੱਚ ਸਾਡਾ ਕਬਜ਼ਾ ਹੈ। ਜੇ ਕੋਈ ਹੋਰ ਇੱਥੇ ਆ ਗਿਆ, ਇੱਥੇ ਤਾਂ ਰੋਜ਼ਗਾਰ ਮਿਲੂਗਾ ਲੋਕਾਂ ਨੂੰ। ਇਹ ਤਾਂ ਡਾਕਟਰਾਂ ਦੇ ਰਹਿਣ ਵਾਸਤੇ ਅਕੋਮੋਡੇਸ਼ਨ ਸੰਗਰੂਰ ਇੰਨਾ ਡਿਵੈਲਪ ਹੋ ਜਾਊਗਾ। ਇੱਥੇ 300 ਬੈੱਡ ਦਾ ਹਸਪੀਟਲ ਨਾਲ ਬਣਾਉਣਾ ਪੈਂਦਾ, ਕਲੌਜ਼ ਹੈ। ਆਪਣਾ ਜਿਹੜਾ ਸਿਵਲ ਹਸਪੀਟਲ ਉਹ ਅਪਗ੍ਰੇਡ ਹੋ ਜਾਊਗਾ। ਨਰਸਿੰਗ ਕਾਲਜ ਵਾਸਤੇ ਅਸੀਂ ਸਾਰਾ ਕੁਝ ਪੈਸੇ ਜਾਰੀ, ਮੇਰੇ ਕੋਲ ਪੈਸੇ ਦੀ ਲਿਸਟ ਵੀ ਹੈ ਕਿੰਨੇ ਜਾਰੀ ਕਰਤੇ। ਅਸੀਂ 7,80,97,000 ਜਿਹੜਾ ਨਰਸਿੰਗ ਕਾਲਜ ਵਾਸਤੇ ਜਾਰੀ ਕਰਤਾ ਜੀ, ਅਪਰੂਵਡ। ਫਿਰ ਜੀ
ਅਸੀਂ 49 ਕਰੋੜ 98 ਲੱਖ 76 ਹਜ਼ਾਰ ਰੁਪਇਆ ਬॉयਜ਼ ਐਂਡ ਗਰਲਜ਼ ਹੋਸਟਲ ਇਸ ਕਾਲਜ ਦੇ ਵਿੱਚ ਉਹਦੇ ਵਾਸਤੇ ਜਾਰੀ ਕਰਤਾ, ਬਟ ਕੀ ਲਿਖਿਆ ਹੋਇਆ ਹੈ? ਅਪਰੂਵਲ ਪੈਂਡਿੰਗ ਡਿਊ ਟੂ ਸਟੇ। ਇਹਨਾਂ ਕਰਕੇ ਸੰਗਰੂਰ ਜ਼ਿਲ੍ਹੇ ਦੇ, ਮਾਨਸਾ ਦੇ, ਬਰਨਾਲੇ ਦੇ, ਧੂਰੀ, ਮਲੇਰਕੋਟ ਆਲੇ ਦੁਆਲੇ ਦੇ ਕਿੰਨੇ ਲੱਖਾਂ ਲੋਕਾਂ ਨਾਲ ਇਹਨਾਂ ਨੇ ਧੋਖਾ ਕੀਤਾ। ਇੱਥੇ ਕਿੰਨਾ ਇਨਡਾਇਰੈਕਟ ਤੇ ਡਾਇਰੈਕਟ ਰੋਜ਼ਗਾਰ ਮਿਲਣਾ ਸੀ, ਪਰ ਨਹੀਂ, ਧਰਨਾ ਦੇ ਕੇ ਰੱਖਿਆ ਲੋਕਾਂ ਨੇ। ਹੁਣ ਵੀ ਚੱਲ ਰਿਹਾ। ਜ਼ਮੀਨ ਕਹਿੰਦੇ ਸਾਡੀ, ਬਾਬਾ ਜੀ ਕੋਲੇ ਜ਼ਮੀਨ ਦੇ ਕੁਝ ਕਾਗਜ਼ ਨੇ, ਬਾਬਾ ਜੀ ਜ਼ਮੀਨ ਦਾ ਤੁਸੀਂ ਫਰਦ ਦਿਖਾਓ। ਕੋਈ ਇਹਨਾਂ ਦਾ ਨਾਮ ਬੋਲਦਾ ਕਿਤੇ? ਮਾਲਕ ਦੇ ਨਾਂ ਵੇਰਵੇ ਸਮੇਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਸਰਕਾਰ। ਆ ਚੜ ਗਈ ਜੀ, ਆ ਗੁਰਦੁਆਰਾ ਸਾਹਿਬ ਰਕਬਾ ਬਹਾਦਰਪੁਰ, ਗੁਰਦੁਆਰਾ ਅੰਗੀਠਾ ਸਾਹਿਬ ਜੀ, ਸੱਚਖੰਡ ਸਾਹਿਬ, ਮਸਤੂਆਣਾ ਸਾਹਿਬ, ਕਿਤੇ ਇਹਨਾਂ ਦਾ ਨਾਮ ਨਹੀਂ, ਕਿਤੇ ਕੋਈ ਐਸਜੀਪੀਸੀ ਦਾ ਲੈਣਾ ਦੇਣਾ ਨਹੀਂ। ਬਸ ਇਹੀ ਦਿੱਕਤ ਹੈ ਕਿ ਇੱਥੇ ਜੇ ਕਾਲਜ ਬਣ ਗਿਆ ਤਾਂ ਪਿੰਡਾਂ ਦੇ ਲੋਕ ਆਪਣੇ ਧੀਆਂ ਪੁੱਤਾਂ ਨੂੰ ਇੱਥੇ ਪੜਾਉਣਗੇ, ਡਾਕਟਰ ਬਣਾਉਣਗੇ, ਉਹਨਾਂ ਨੂੰ ਯੂਕਰੇਨ ਜਾ ਕੇ ਤੇ ਹੋਰ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇਹ ਤਾਂ ਗਲਤ ਗੱਲ ਹੋ ਜੂਗੀ। ਫਿਰ ਮੈਂ ਹਜੇ ਵੀ ਇਹ ਕਹਿਣਾ, ਪਰਮਿੰਦਰ ਢੀਂਡਸਾ ਜੀ, ਸੁਖਦੇਵ ਢੀਂਡਸਾ ਜੀ, ਸੁਖਬੀਰ ਬਾਦਲ ਜੀ, ਜੇ ਤੁਹਾਨੂੰ ਇਹ ਚਾਹ ਹੈ ਕਿ ਨੀਂਹ ਪੱਥਰ ਤੇ ਤੁਹਾਡਾ ਨਾਂ ਨਹੀਂ ਲਿਖਿਆ ਜਾਣਾ, ਤੁਸੀਂ ਆਪਦੇ ਨਾਂ ਲਿਖ ਲਓ। ਮੈਨੂੰ ਪੱਥਰਾਂ ਤੇ ਨਾਂ ਲਿਖਾਉਣ ਦਾ ਕੋਈ ਸ਼ੌਕ ਨਹੀਂ, ਪਰ ਕਾਲਜ ਬਣ ਲੈਣਾ ਤੁਹਾਡੇ ਨਾਂ ਲਿਖ ਦਿੰਦੇ ਹਾਂ, ਕਿਹੜੀ ਗੱਲ ਹੈ? ਕਿਉਂਕਿ ਇਹਨਾਂ ਦੇ ਨਾਂ ਲੋਕਾਂ ਨੇ ਲਿਖਣੇ ਬੰਦ ਕਰਤੇ ਨਾ। ਇਹ ਉਸੇ ਗੱਲ ਦਾ ਬਦਲ ਲੈਂਦੇ ਲੋਕਾਂ ਤੋਂ। ਉਹ ਹਜ਼ਾਰਾਂ ਲੋਕ ਨੇ ਕੰਮ ਛੱਡ ਕੇ ਬੈਠੇ ਠੰਡ 'ਚ, ਉਹਨਾਂ ਦੇ ਧੀਆਂ ਪੁੱਤਾਂ ਨੂੰ ਐਡਮਿਸ਼ਨਾਂ ਮਿਲਣੀਆਂ। ਅਸੀਂ ਇਸ ਏਰੀਏ ਦਾ ਕੋਟਾ ਰੱਖਣਾ ਕਿ ਸੰਗਰੂਰ ਜ਼ਿਲ੍ਹੇ ਦੇ ਇੰਨੇ ਹੋਣਗੇ ਬੱਚੇ, ਔਰ ਦੂਰੋਂ ਦੂਰੋਂ ਡਾਕਟਰ ਹੋਣੇ, ਔਰ 2040 ਦਾ ਹਸਪਤਾਲ ਬਣਾਉਣਾ ਚਾਹੁੰਦੇ ਹਾਂ ਅਸੀਂ।